देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਤੁਸੀਂ ਦੇਖ ਰਹੇ ਹੋ दैनिक सवेरा टीवी ਤੇ ਮੈਂ ਲਵਲੀ ਕੌਸ਼ਲ। ਖੇਤੀ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨੀ ਸੰਘਰਸ਼ ਚੱਲ ਰਿਹਾ। ਤੁਹਾਨੂੰ ਦੱਸ ਦਈਏ ਪਿਛਲੇ 8 ਤਰੀਕ ਨੂੰ ਭਾਰਤ ਬੰਦ ਸੱਦੇ ਦੌਰਾਨ ਮਾਤਾ ਗੁਰਮੇਲ ਕੌਰ ਜਿਹੜੇ ਘਰਾਚੋ ਪਿੰਡ ਦੇ ਰਹਿਣ ਵਾਲੇ ਸੀ, ਕਾਲਚਾ ਟੋਲ ਪਲਾਜ਼ਾ ਦੇ ਉੱਪਰ ਇਹਨਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਮਾਤਾ ਜੀ ਸ਼ਹੀਦ ਹੋ ਗਏ ਸਨ ਤੇ ਕਿਸਾਨਾਂ ਵੱਲੋਂ ਲਗਾਤਾਰ ਮੰਗਾਂ ਰੱਖੀਆਂ ਗਈਆਂ ਸੀ। ਕਾਫੀ ਉਹ ਮੰਗਾਂ ਦੇ ਚੱਲਦੇ ਕਿਸਾਨਾਂ ਵੱਲੋਂ ਇੱਕ ਧਰਨਾ ਸੀ, ਧਰਨੇ ਲਗਾਏ ਗਏ ਸੀ ਤੇ ਕਿਸਾਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਸਾਡੀਆਂ ਉਹ ਮੰਗਾਂ ਸਰਕਾਰ ਵੱਲੋਂ ਨਹੀਂ ਪੂਰੀਆਂ ਹੋਣਗੀਆਂ ਉਦੋਂ ਤੱਕ ਅਸੀਂ ਮਾਤਾ ਜੀ ਦਾ ਜਿਹੜਾ ਦਾਹ ਸੰਸਕਾਰ ਨਹੀਂ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਅੱਜ ਤਕਰੀਬਨ 10 ਦਿਨਾਂ ਬਾਅਦ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ ਤੇ ਅੱਜ ਕਿਸਾਨਾਂ ਨੇ ਮਾਤਾ ਗੁਰਮੇਲ ਕੌਰ ਜੀ ਦਾ ਦਾਹ ਸੰਸਕਾਰ ਕੀਤਾ। 10 ਦਿਨਾਂ ਬਾਅਦ ਦਾਹ ਸੰਸਕਾਰ ਹੋ ਰਿਹਾ ਤੇ ਹੋਇਆ ਤੇ ਤੁਹਾਡੀ ਹੁਣ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਨਾਲ ਜਿਹੜੀ ਸਰਕਾਰ ਨੇ ਜਿਹੜੀਆਂ ਮੰਗਾਂ ਨੇ ਮੰਨੀਆਂ ਨੇ, ਕੀ ਮੰਗਾਂ ਸੀ ਉਹਨਾਂ ਦੀਆਂ। ਹਾਂਜੀ, ਜਿਹੜੀਆਂ ਮੰਗਾਂ ਨੇ ਅਸੀਂ ਪਹਿਲਾਂ ਵੀ ਲਈਆਂ ਨੇ। 10 ਲੱਖ ਰੁਪਈਆ ਪਰਿਵਾਰ ਨੂੰ, ਇੱਕ ਨੌਕਰੀ ਤੇ ਕਰਜ਼ੇ ਤੇ ਲਖੀਰ। ਪਰ ਉਸ ਗੱਲ ਨੂੰ ਲੈਂਦਿਆਂ ਹੋਇਆਂ ਸਰਕਾਰ ਜਾਣੀ ਕਿ ਇਸ ਮੰਗਾਂ ਨੂੰ ਇਸ ਤਰੀਕੇ ਨਾਲ ਨਹੀਂ ਮੰਗਦੀ ਜਿਹੜੀਆਂ ਗੱਲਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ, ਅਸੀਂ ਕਿਸਾਨਾਂ ਦੀ ਪਿੱਠ ਤੇ ਖੜ੍ਹੇ ਹਾਂ ਦਿੱਲੀ ਵਾਲੇ ਮੋਰਚੇ ਤੇ। ਪਰ ਇਹ ਸਾਡੀ ਮਾਤਾ ਪਹਿਲਾਂ ਮੇਘਰਾਜ ਨਾਗਰੀ ਬਹੁਤ ਜਾਣੀ ਕਿ ਸੰਘਰਸ਼ ਕਰਕੇ ਜਿਹੜੀਆਂ ਮੰਗਾਂ ਮੰਗਾਈਆਂ ਜਾ ਰਹੀਆਂ ਨੇ, ਅਸੀਂ ਸੰਘਰਸ਼ ਕੀਤਾ। ਫਿਰ ਸਾਡੀਆਂ ਜਿਹੜੀਆਂ ਮੰਗਾਂ ਨੇ ਕੱਲ੍ਹ ਮੰਨੀਆਂ ਗਈਆਂ ਨੇ। 5 ਲੱਖ ਰੁਪਏ ਦਾ ਨਗਦ ਚੈੱਕ ਲਿਆ। ਬਾਕੀ ਇਹਨਾਂ ਨੇ ਜਿਹੜਾ ਸਰਕਾਰ ਨੂੰ ਲਿਖ ਕੇ ਭੇਜਿਆ ਵੀ 5 ਲੱਖ ਰੁਪਈਆ ਇੱਕ ਨੌਕਰੀ ਤੇ ਕਰਜ਼ਾ ਮਾਫ ਕੀਤਾ ਜਾਵੇ। ਉਹ ਮੰਗ ਪੱਤਰ ਲੈ ਲਿਆ ਤੇ ਸਰਕਾਰ ਨੂੰ ਭੇਜਿਆ। ਇਹ ਸੋਚਣ ਵਾਲੀ ਗੱਲ ਹੈ, ਜੇ ਸਰਕਾਰਾਂ ਸਾਡੇ ਨਾਲ ਹੋਣ ਫਿਰ ਇਹ ਮਾਤਾ 10 ਦਿਨਾਂ ਬਾਅਦ ਇਹਦਾ ਦਾਹ ਸੰਸਕਾਰ ਨਹੀਂ। ਸ਼ਹੀਦ ਬਹੁਤ ਸਾਡੇ ਸਿਰ ਦਾ ਸਮਰਾਇਆ ਹੁੰਦੇ ਨੇ, ਸਾਨੂੰ ਬਹੁਤ ਵੱਡੀ ਸੇਧ ਹੈ। ਸ਼ਹੀਦ ਹੋਣਾ ਇੱਕ ਹਰੇਕ ਬੰਦੇ ਨੂੰ ਨਹੀਂ ਮਿਲਦਾ, ਪਰ ਸਰਕਾਰਾਂ ਰੋਲਦੀਆਂ ਨੇ ਉਲਟਾ। ਸਰਕਾਰਾਂ ਸਾਡੇ ਨਾਲ ਨਹੀਂ ਭਰਾਵੋ। ਇਸ ਕਰਕੇ ਸਰਕਾਰ ਦਾ ਬਹੁਤ ਵੱਡਾ ਦੋਸ਼ ਹੈ। ਕੋਈ ਵੀ ਬੰਦਾ ਇੱਕ ਨਹੀਂ, ਰੋਜ਼ 1 ਜਾਂ 3 ਜਾਂ 2 ਦੀ ਗਿਣਤੀ ਹੈ ਦਿੱਲੀ ਮੋਰਚੇ ਨਾਲ ਸੰਬੰਧਿਤ ਸ਼ਹੀਦ ਹੋਣ ਦੀ। ਸਰਕਾਰਾਂ ਨੂੰ ਸਾਹਮਣਾ ਚਾਹੀਦਾ। ਸਰਕਾਰਾਂ ਦੀ ਅਸੀਂ ਪੂਰਨ ਤੌਰ ਤੇ ਨਿੰਦਿਆ ਕਰਦੇ ਹਾਂ। ਐਂ ਸਾਡੇ ਸ਼ਹੀਦ ਜਿਹੜੇ ਮੁਰਦ ਘਾਟਾਂ 'ਚ ਰੁਲਣੇ ਨਹੀਂ ਚਾਹੀਦੇ। ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ, ਪੰਜਾਬ ਦੀ ਨੂੰ, ਚਾਹੇ ਉਹ ਹਰਿਆਣੇ ਦੀ ਸਰਕਾਰ ਹੈ, ਚਾਹੇ ਪੰਜਾਬ ਦੀ ਹੈ, ਕਿਤੇ ਦੀ ਵੀ ਹੈ, ਸੋਚਣਾ ਚਾਹੀਦਾ। ਜਿਹੜੇ ਬੰਦੇ ਸ਼ਹੀਦ ਹੁੰਦੇ ਨੇ, ਅੱਜ ਵੀ ਸਾਨੂੰ ਪਤਾ ਲੱਗਿਆ ਕਿ ਝਨੇੜੀ ਦਾ ਜਿਹੜਾ ਨੌਜਵਾਨ ਹੈ ਉੱਥੇ ਜਾਣੀ ਕਿ ਬਾਰਡਰ ਤੇ ਸ਼ਹੀਦ ਹੋਇਆ। ਇਹਨਾਂ ਬਾਰੇ ਪੂਰਾ ਖਿਆਲ ਕਰਨਾ ਚਾਹੀਦਾ ਸਰਕਾਰਾਂ ਨੂੰ। ਨਹੀਂ ਆਉਣ ਵਾਲੇ ਸਮੇਂ ਸਰਕਾਰਾਂ ਦਾ ਵੱਡਾ ਵਿਰੋਧ ਹੋਊਗਾ ਇਸ ਮਸਲੇ ਨੂੰ, ਇਹ ਮਸਲੇ ਨੂੰ ਲੈ ਕੇ। ਪ੍ਰਧਾਨ ਜੀ, ਆਪਾਂ ਸੰਘਰਸ਼ ਦੀ ਗੱਲ ਕਰੀਏ, ਸੰਘਰਸ਼ ਤੁਹਾਡਾ ਬਹੁਤ ਲੰਬਾ ਜਾ ਰਿਹਾ। ਕੇਂਦਰ ਸਰਕਾਰ ਤੁਹਾਡੇ ਬਿੱਲਾਂ ਨੂੰ ਵਾਪਸ ਲੈਣ ਬਾਰੇ ਮੰਨ ਨਹੀਂ ਰਹੀ। ਕਿਸਾਨਾਂ ਦੀ ਇੱਕ ਸ਼ਰਤ ਹੈ ਕਿ ਸਾਡੇ ਬਿੱਲ ਵਾਪਸ ਲੈ। ਇਹ ਕੀ ਸਿੱਟਾ ਨਿਕਲੂ ਤੁਹਾਡੇ ਹਿਸਾਬ ਨਾਲ? ਜਿਹੜਾ ਅਸੀਂ 3 ਮਹੀਨਿਆਂ ਤੋਂ ਲਗਾਤਾਰ ਜਥੇਬੰਦੀਆਂ ਇਸ ਮੋਰਚੇ ਨੂੰ ਲੜ ਰਹੀਆਂ ਨੇ, ਇਸ ਕਾਲੇ ਕਾਨੂੰਨਾਂ ਦੇ ਬਰਖਲਾਫ ਅਸੀਂ ਲੜ ਰਹੇ ਹਾਂ। ਅਸੀਂ ਇਹ ਸੋਚ ਕੇ ਵੀ ਨਹੀਂ ਗਏ ਸੀਗੇ ਦਿੱਲੀ। ਇਹ ਕਿਸੇ ਨੂੰ ਭੁਲੇਖਾ ਹੋਵੇ ਵੀ ਅਸੀਂ ਸੋਚ ਕੇ ਗਏ ਸੀ ਦਿੱਲੀ ਵੀ ਅਸੀਂ ਦੂਜੇ ਦਿਨ ਜਾਵਾਂਗੇ ਤੇ ਤੀਜੇ ਦਿਨ ਮੁੜ ਆਵਾਂਗੇ। ਪੂਰਨ ਤੌਰ ਤੇ ਤਿਆਰੀ ਕਰਕੇ ਗਏ ਤੇ ਵੀ ਇਹਨੂੰ ਮਹੀਨੇ ਲੱਗਣਗੇ। ਸਾਡੀਆਂ ਮੀਟਿੰਗਾਂ, ਸਾਨੂੰ ਪ੍ਰਧਾਨਾਂ ਨੇ ਕਿਹਾ ਵੀ ਭਰਾਵੋ ਟਰਾਲੀਆਂ ਤੁਹਾਡੇ ਕੋਲੇ ਲੱਕੜਾਂ ਦੇ ਪੂਰੇ ਸਾਧਨ, ਪੂਰਾ ਰਾਸ਼ਨ ਪਾਣੀ, ਉਹ ਅਸੀਂ ਲੈ ਕੇ ਗਏ ਹੋਏ ਹਾਂ। ਸਾਨੂੰ ਕੋਈ ਭੁਲੇਖਾ ਹੀ ਨਹੀਂ ਹੈ। ਇੱਕ ਜਿਹੜਾ ਸੁਪਰੀਮ ਕੋਰਟ ਦਾ ਇਸ ਪੱਖ ਦੇ ਵਿੱਚ ਬਿਆਨ ਆਉਂਦਾ ਹੈ, ਸੁਪਰੀਮ ਕੋਰਟ ਦੇ ਵਿੱਚੋਂ ਬਹੁਤ ਵੱਡੀ ਆਸ ਸੀ ਲੋਕਾਂ ਨੂੰ ਜਦੋਂ ਸੁਪਰੀਮ ਕੋਰਟ ਨੇ ਇੰਟਰਫੇਅਰ ਕੀਤਾ ਹੈ। ਪਰ ਮੇਰੀ ਸਮਝ ਦੇ ਮੁਤਾਬਕ ਉਹ ਇਦੋਂ ਵੀ ਘਾਤਕ ਹੈ ਜਿਹੜਾ ਇਸ ਘੋਲ ਨੂੰ ਲਮਕਾਉਣ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਉਤਰਿਆ। ਸੁਪਰੀਮ ਕੋਰਟ ਨੇ ਫੈਸਲਾ ਲੈਣਾ ਸੀ, ਕਿਤੇ ਸੁਪਰੀਮ ਕੋਰਟ ਸਰਕਾਰ ਵਾਲੀ ਬੋਲੀ ਬੋਲ ਰਿਹਾ ਵੀ 3 ਕਮੇਟੀਆਂ ਬਣਨੀਆਂ ਚਾਹੀਦੀਆਂ ਨੇ। ਇੱਕ ਪਾਸੇ ਕਿਸਾਨਾਂ ਦੀ ਕਮੇਟੀ, ਇੱਕ ਪਾਸੇ ਸਰਕਾਰ ਦੀ ਕਮੇਟੀ, ਇੱਕ ਤੀਜੀ ਕਮੇਟੀ ਬਣਨੀ ਚਾਹੀਦੀ ਹੈ। ਕਮੇਟੀਆਂ ਨਹੀਂ ਬਣਾਉਂਦਾ ਹੁੰਦਾ ਸੁਪਰੀਮ ਕੋਰਟ। ਹਮੇਸ਼ਾ ਸੁਪਰੀਮ ਕੋਰਟ ਸੁਪਰੀਮ ਪਾਵਰ ਹੈ, ਉਹਨਾਂ ਨੇ ਦੇਸ਼ ਦੀ ਹਾਲਤ ਦੇਖ ਕੇ ਫੈਸਲੇ ਲੈਣੇ ਹੁੰਦੇ ਆ। ਪਰ ਸੁਪਰੀਮ ਕੋਰਟ ਨੇ ਫੈਸਲਾ ਨਹੀਂ ਲਿਆ। ਇਸ ਮੁੱਦੇ ਨੂੰ ਮੈਂ ਆਪਦੇ ਮੁਤਾਬਕ ਸੋਚਦਾ ਵੀ ਇਹਨੂੰ ਲਮਕਾਉਣ ਵਾਸਤੇ ਇੱਕ ਸੁਪਰੀਮ ਕੋਰਟ ਨੇ ਵਿੱਚ ਲੱਤ ਅੜਾਈ ਹੈ। ਸੁਪਰੀਮ ਕੋਰਟ ਨੇ ਫੈਸਲਾ ਲੈਣਾ ਸੀ, ਸਤਿਕਾਰਯੋਗ ਹੈ। ਸੁਪਰੀਮ ਕੋਰਟ ਤੇ ਬਹੁਤ ਵੱਡਾ ਦੇਸ਼ ਨੂੰ ਭਰੋਸਾ ਹੁੰਦਾ ਤੇ ਦੇਸ਼ ਨੂੰ ਸਾਂਭਣ ਵਾਲੀ ਚੀਜ਼ ਹੁੰਦੀ ਹੈ। ਦੇਸ਼ ਸਾਰਾ ਸੜਕਾਂ ਤੇ ਬੈਠਿਆ ਹੈ, ਦੇਸ਼ ਸਾਰਾ ਉਸ ਕਾਨੂੰਨਾਂ ਦੇ ਬਰਖਲਾਫ ਲੜ ਰਿਹਾ ਹੈ। ਫਿਰ ਸੁਪਰੀਮ ਕੋਰਟ ਨੂੰ ਕਮੇਟੀ ਬਣਾਉਣ ਦੀ ਕਿਹੜੀ ਲੋੜ ਪਈ ਸੀਗੀ? ਇਸ ਕਰਕੇ ਇਹਦੇ ਬਾਰੇ ਵੀ ਬਹੁਤ ਵੱਡਾ ਜਿਹੜਾ ਸਾਡਾ ਖਿਆਲ ਹੈ ਡੂੰਘੇ ਪਾਸੇ ਨੂੰ ਜਾਂਦਾ ਹੈ ਵੀ ਇਹਦੇ ਲਈ ਵੀ ਸੋਚਣਾ ਚਾਹੀਦਾ ਹੈ। ਇਹ ਸੁਪਰੀਮ ਕੋਰਟ ਨੇ ਕਿਉਂ ਕੀਤਾ? ਸੁਪਰੀਮ ਕੋਰਟ ਨੇ ਫੈਸਲਾ ਲੈਣਾ ਸੀ ਸਰਕਾਰ ਦੇ ਬਰਖਲਾਫ ਵੀ ਜਿਹੜੇ ਕਾਨੂੰਨ ਜਿਨ੍ਹਾਂ ਲਈ ਬਣਾ ਰਹੇ ਹੋ ਉਹ ਨਹੀਂ ਚਾਹੁੰਦੇ, ਤੁਸੀਂ ਧੱਕੇ ਨਾਲ ਉਹਨਾਂ ਤੇ ਕਾਨੂੰਨ ਕਿਉਂ ਥੋਪਦੇ ਹੋ? ਇਸ ਕਰਕੇ ਸੁਪਰੀਮ ਕੋਰਟ ਕਮੇਟੀ ਦੀ ਗੱਲ ਕਰ ਰਿਹਾ, ਉਹ 'ਚ ਕਿਸਾਨਾਂ ਦੇ ਮੇਨ ਆਗੂਆਂ ਨੂੰ ਲਿਆ ਜਾਊਗਾ, ਉਹ ਤੋਂ ਬਾਅਦ ਖੇਤੀ ਮਾਹਰਾਂ ਨੂੰ ਲਿਆ ਜਾਊਗਾ। ਹੋ ਸਕਦਾ ਵੀ ਕਿਸਾਨਾਂ ਦੇ ਨਤੀਜਾ ਵਧੀਆ ਸਫਲ ਨਿਕਲੇ।
ਜਦੋਂ ਸਰਕਾਰ ਮੰਨ ਚੁੱਕੀ ਹੈ ਵੀ ਇਸ ਬਿੱਲਾਂ ਦੇ ਵਿੱਚ ਜਿਹੜੀਆਂ ਘਾਟਾਂ ਨੇ, ਇਹਦੇ ਵਿੱਚ ਕਮੀਆਂ ਨੇ, ਉਹ ਅਸੀਂ ਦੂਰ ਕਰ ਦਿੰਨੇ ਆ, ਇਹਦਾ ਮਤਲਬ ਸੁਪਰੀਮ ਕੋਰਟ ਨੂੰ ਤਾਂ ਪਤਾ ਹੈ ਨਾ ਵੀ ਇਹਦੇ ਵਿੱਚ ਬਹੁਤ ਵੱਡੀਆਂ ਘਾਟਾਂ ਨੇ, ਤਾਂ ਹੀ ਕਿਸਾਨ ਲੜ ਰਹੇ ਹੈ। ਫਿਰ ਉਹ ਉਸ ਕਾਨੂੰਨਾਂ ਨੂੰ ਸੁਪਰੀਮ ਕੋਰਟ ਨੇ ਹੁਕਮ ਕਿਉਂ ਨਾ ਕੀਤਾ ਵੀ ਅਸੀਂ ਇਹਨਾਂ ਨੂੰ ਮਾਫ ਕੀਤਾ? ਕਿਸਾਨਾਂ ਦੀ ਤਾਂ ਪਹਿਲਾਂ ਕਮੇਟੀ ਬਣੀ ਹੋਈ ਹੈ, ਪਹਿਲਾਂ ਕਮੇਟੀ ਮੀਟਿੰਗ ਤੇ ਜਾਂਦੀ ਹੈ, ਸਾਡੇ ਆਗੂ ਜਾਂਦੇ ਹੈ। ਇਸ ਕਰਕੇ ਸੁਪਰੀਮ ਕੋਰਟ ਦੇ ਬਹੁਤ ਵੱਡਾ ਸਵਾਲ ਹੈ, ਸਵਾਲੀਆ ਨਿਸ਼ਾਨ ਨੇ। ਇਹ ਗੱਲ ਮਤਲਬ ਸਾਨੂੰ ਪੂਰ ਗੰਭੀਰ ਤੌਰ ਤੇ ਸਮਝਣੀ ਚਾਹੀਦੀ ਹੈ ਵੀ ਸੁਪਰੀਮ ਕੋਰਟ ਨੂੰ ਇਹ ਕਿਉਂ ਕਹਿਣਾ ਪਿਆ ਵੀ ਕਮੇਟੀ ਬਣਾਓ ਇਹਦੇ ਉੱਤੇ। ਮਸਲੇ ਹੱਲ ਦੇ ਹੁਕਮ ਦੇਣੇ ਸੀ ਸੁਪਰੀਮ ਕੋਰਟ ਤੋਂ। ਬਹੁਤ ਵੱਡੀ ਕਿਸਾਨਾਂ ਨੂੰ, ਦੇਸ਼ ਦੇ ਲੋਕਾਂ ਨੂੰ ਆਸ ਸੀਗੀ, ਪਰ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਵਾਸਤੇ ਕਿਹਾ, ਉਹ ਤੇ ਸਾਨੂੰ ਕਿਤੇ ਨਾ ਕਿਤੇ ਬਹੁਤ ਜਾਣੀ ਕਿ ਗੰਭੀਰਤਾ ਨਾਲ ਸੋਚਣਾ ਪਊਗਾ। ਕਿਉਂ ਕਿਹਾ ਸੁਪਰੀਮ ਕੋਰਟ ਨੇ? ਸੁਪਰੀਮ ਕੋਰਟ ਕੋਲੇ ਪਾਵਰ ਹੈ। ਉਹ ਸਰਕਾਰ ਨੂੰ ਕਹਿਣਾ ਸੀ ਵੀ ਜਿਹੜੇ ਬੰਦੇ ਨੂੰ, ਜਿਹੜੀ ਮੈਂ ਕਿਸੇ ਬੰਦੇ ਨੂੰ ਇੱਕ ਚੀਜ਼ ਦੇ ਰਿਹਾ, ਉਹ ਨਹੀਂ ਲੈ ਰਿਹਾ, ਮੈਂ ਉਹ ਸੁਪਰੀਮ ਕੋਰਟ ਦਾ ਆਸਰਾ ਲਵਾਂ ਵੀ ਕਮੇਟੀ ਬਣਾਓ, ਮੈਨੂੰ ਇੱਕ ਚੀਜ਼ ਦੇਣੀ ਹੈ। ਇਹ ਤਾਂ ਸਵਾਲ ਜਮਾ ਛੋਟੀ ਜੀ ਗੱਲ ਹੈ ਨਾ। ਜਿਹੜੀ ਚੀਜ਼ ਨੂੰ ਅਸੀਂ ਚਾਹੁੰਦੇ ਹੀ ਨਹੀਂ, ਦੇਸ਼ ਚਾਹੁੰਦਾ ਨਹੀਂ, ਕੱਲਾ ਕਿਸਾਨ ਨਹੀਂ, ਹਰੇਕ ਵਰਗ ਦਾ ਬੰਦਾ ਬੈਠੇ, ਉੱਥੇ ਡਾਕਟਰ ਹੈ, ਉੱਥੇ ਮਾਸਟਰ ਹੈ, ਉੱਥੇ ਮਜ਼ਦੂਰ ਹੈ, ਉਹ ਕਿਹੜਾ ਵਰਗ ਨਹੀਂ ਜਿਹੜਾ ਉੱਥੇ ਸਾਰਾ ਮਤਲਬ ਬਾਹਰਲੇ ਦੇਸ਼ਾਂ ਦੇ ਸਾਰੇ ਲੋਕ ਯੂਐਨਓ ਤੱਕ ਉੱਥੇ ਬੋਲੇ ਹੈ। ਸੁਪਰੀਮ ਕੋਰਟ ਨੂੰ ਤਾਂ ਮਤਲਬ ਹੁਕਮ ਦੇਣਾ ਸੀ ਸੁਪਰੀਮ ਕੋਰਟ ਨੇ। ਮੰਨ ਲਓ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ 'ਚ ਫੈਸਲਾ ਨਹੀਂ ਸੁਣਾਉਂਦਾ, ਤਾਂ ਜਥੇਬੰਦੀਆਂ ਉਹ ਮੰਨਣਗੀਆਂ ਜਾਂ ਵਿਰੋਧ ਕਰਨਗੀਆਂ ਉਹਦਾ? ਕਿਸਾਨਾਂ ਨੂੰ ਕਿਸੇ ਗੱਲ ਤੇ ਭਰੋਸਾ ਨਹੀਂ। ਕਿਸਾਨ ਸਿਰਾਂ ਤੇ ਕੱਫਣ ਬੰਨ੍ਹ ਕੇ ਗਏ ਹੋਏ ਆ। ਆ ਠੰਡ ਦੀ ਨਾ ਪਰਵਾਹ ਕਰਦੇ ਹੋਏ ਕਿਸਾਨ ਆਪਣਾ ਰਾਸ਼ਨ ਪਾਣੀ ਲੈ ਕੇ ਗਿਆ ਹੈ। ਜਿਹੜਾ ਅੰਜਾਮ ਕਿਸਾਨਾਂ ਨਾਲ ਹੋਊਗਾ ਉਹ ਮਤਲਬ ਭੁਗਤਿਆ ਜਾਊਗਾ। ਕਾਨੂੰਨ ਖਤਮ ਨਹੀਂ ਜਿੰਨਾ ਤੱਕ ਹੁੰਦੇ ਉਹਨਾਂ ਤੱਕ ਕਿਸਾਨ ਦਿੱਲੀੋਂ ਵਾਪਸ ਨਹੀਂ ਮੁੜਦਾ। ਵਾਪਸ ਹੀ ਲੈਣ ਦੀ ਮੰਗ ਹੈ ਤੁਹਾਡੇ ਲਗਾਤਾਰ? ਵਾਪਸ ਲੈਣ ਦੀ, ਬਿਲਕੁਲ ਵਾਪਸ ਲੈਣ ਦੀ। ਇਹ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਵੀ ਜਦੋਂ ਕਿਸਾਨ ਚਾਹੁੰਦੇ ਨੇ, ਜਿਨ੍ਹਾਂ ਵਾਸਤੇ ਤੁਸੀਂ ਬਿੱਲ ਬਣਾਏ ਹੈ, ਕਾਨੂੰਨ ਬਣਾਏ ਹੈ, ਉਹ ਚਾਹੁੰਦੇ ਆ, ਤੁਸੀਂ ਵਾਪਸ ਕਿਉਂ ਨਹੀਂ ਲੈਂਦੇ? ਚਾਹੀਦਾ ਸੁਪਰੀਮ ਕੋਰਟ ਨੂੰ ਫੈਸਲਾ ਲੈਣਾ ਚਾਹੀਦਾ। ਇਹ ਤੇ ਕਮੇਟੀ ਦੀ ਗੱਲ ਨਹੀਂ ਕਰਨੀ ਚਾਹੀਦੀ। ਮਾਤਾ ਜੀ ਦਾ ਅੱਜ 10ਵੇਂ ਦਿਨ ਦਾ ਸੰਸਕਾਰ ਹੋਇਆ, ਇਹ ਤੁਸੀਂ ਸਹੀ ਮੰਨਦੇ ਹੋ ਉਹਨੂੰ? ਇਹ ਜਿਹੜੀਆਂ ਸਰਕਾਰਾਂ ਨੇਗੀਆਂ ਇਹ ਖੇਖਣ ਕਰਦੀਆਂ ਨੇਗੀਆਂ ਵੀ ਅਸੀਂ ਸ਼ਹੀਦਾਂ ਦੇ ਵਾਸਤੇ ਆਹ ਕਰਦੇ ਹਾਂ, ਵਾਹ ਕਰਦੇ ਹਾਂ, ਪਰ ਇਹ ਗੱਲਾਂ ਗਲਤ ਝੂਠੀਆਂ ਪੈ ਰਹੀਆਂ ਨੇਗੀਆਂ। ਅਸੀਂ ਜਿੰਨੇ ਵੀ ਸ਼ਹੀਦਾਂ ਵਾਸਤੇ, ਉਹਨਾਂ ਦੇ ਪਰਿਵਾਰਾਂ ਵਾਸਤੇ ਮੁਆਵਜ਼ੇ ਲੈਤੇ ਨੇਗੇ, ਉਹ ਲੜਾਈਆਂ ਲੜ ਕੇ ਹੀ ਲੈਤੇ ਨੇਗੇ। ਇਸ ਕਰਕੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਇਹ ਗੱਲਾਂ ਵਾਸਤੇ ਵੀ ਅੱਗੇ ਵਾਸਤੇ ਇਹ ਜਿਹੀਆਂ ਗੱਲਾਂ ਨਾ ਹੋਣ, ਤਾਂ ਕਿ ਸਾਡੇ ਸ਼ਹੀਦਾਂ ਦੀਆਂ ਅਰਥੀਆਂ ਲੋਥਾਂ ਨਾ ਹਸਪਤਾਲਾਂ ਵਿੱਚ ਸੜਨ ਲੰਮੇ ਸਮੇਂ ਵਾਸਤੇ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਜਿਹੜੀ ਹੁਣ ਗੱਲ ਸਿੱਧ ਹੋ ਚੁੱਕੀ ਆ, ਜਿਹੜਾ ਕੈਪਟਨ ਕਹਿੰਦਾ ਸੀ ਅਸੀਂ ਕਿਸਾਨਾਂ ਦੇ ਰਾਖੇ ਆ, ਕਿਉਂਕਿ ਜਿਹੜਾ ਆਹ ਤਾਂ ਮਾਤਾ ਗੁਰਮੇਲ ਕੌਰ ਆਪਣੇ ਮੋਰਚੇ ਦੇ ਵਿੱਚ ਸ਼ਹੀਦ ਹੋਈ ਆ। ਬੀਜੇਪੀ ਤਾਂ ਇੱਕ ਵਿਰੋਧੀ ਬਣੀ ਆ ਕਿਸਾਨਾਂ ਮਜ਼ਦੂਰਾਂ ਦੀ। ਆਹ ਕਾਂਗਰਸ ਦੀ ਸਰਕਾਰ ਜਿਹੜੇ ਕਹਿ ਰਹੇ ਨੇ ਅਸੀਂ ਕਿਸਾਨ ਹਿਤੈਸ਼ੀ ਆ, ਅਸੀਂ ਜਿਹੜੀ ਮਾਤਾ ਦਾ ਮੁਆਵਜ਼ਾ ਲੈਣਾ ਸੀਗਾ, ਪਰਿਵਾਰ ਨੂੰ ਇਨਸਾਫ ਦਿਵਾਉਣਾ ਸੀਗਾ, ਉਹ 10 ਦਿਨ ਲੜਾਈ ਲੜੀ ਹੈਗੀ। ਜਿਵੇਂ ਪਹਿਲਾਂ ਇੱਕ ਲੋਕਾਂ ਦੇ ਵਿੱਚ ਗੱਲ ਇਹ ਵੀ ਸਿੱਧ ਹੁੰਦੀ ਆ, ਜਿਹੜੇ ਕਹਿ ਦਿੰਦੇ ਨੇ ਆਪਣੇ ਭਰਾ ਵੀ ਆਹ ਕਾਂਗਰਸ ਕੈਪਟਨ ਚੰਗਾ, ਕਾਂਗਰਸ ਸਰਕਾਰ ਚੰਗੀ ਆ। ਆਹ ਦੇਖ ਲਓ ਹੁਣ ਇੱਕ ਨਾਗਰੀ ਪਿੰਡ ਦਾ ਕਿਸਾਨ ਸੀਗਾ ਜਿਹੜਾ ਜਨਕਰਾਜ ਜੀ, ਉਹ ਮੇਘਰਾਜ ਘੱਟੋ ਘੱਟ 20-22 ਦਿਨ ਉਹਦੀ ਲਾਸ਼ ਫਰਿੱਜਾਂ ਦੇ ਵਿੱਚ ਰੁਲੀ ਆ। ਉਹ ਕੱਟੜ ਪਰਿਵਾਰ, ਕੱਟੜ ਕਾਂਗਰਸੀ ਸੀਗਾ, ਪਰ ਕੋਈ ਐਮਐਲਏ, ਕੋਈ ਮੰਤਰੀ ਆ ਕੇ ਨਹੀਂ ਖੜਿਆ। ਜਥੇਬੰਦੀ ਨੇ ਲੜ ਕੇ ਘੋਲ, ਫਿਰ ਉਹਦਾ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ। ਇਸ ਕਰਕੇ ਇੱਕ ਇਹ ਸਰਕਾਰ ਨੇ ਸੱਟ ਵੀ ਮਾਰੀ ਆ ਚੱਲਦੇ ਸੰਘਰਸ਼ ਤੇ। ਨਹੀਂ ਜਿੰਨਾ ਸਮਾਂ ਸਾਨੂੰ ਇੱਧਰ ਲੱਗਿਆ, ਇਹ ਹੋਰ ਸਾਡਾ ਵੱਧ ਚੜ ਕੇ ਇਕੱਠ ਜਿਹੜਾ ਉੱਥੇ ਜਾਣਾ ਸੀਗਾ ਦਿੱਲੀ, ਜਿਹੜਾ ਚੱਲ ਰਿਹਾ ਘੋਲ। ਜਿਹੜਾ ਕਿ ਆਹ ਸੁਪਰੀਮ ਕੋਰਟ ਨੇ ਜਿਹੜਾ ਕਹਿ ਰਹੇ ਨੇ ਕਿਸਾਨਾਂ ਨੂੰ ਵੀ ਇੱਕ ਕਮੇਟੀ ਬਣਾਓ, ਵੀ ਅਸੀਂ ਇਹ ਸਾਰੀ ਆਰਐਸਐਸ ਦੇ ਵਿੱਚ ਹੀ ਬੰਦੇ ਨੇ, ਇਹ ਸਾਰੇ ਬੀਜੇਪੀ ਦੀ ਸਰਕਾਰ ਦੇ ਬੰਦੇ ਨੇ ਸੁਪਰੀਮ ਕੋਰਟ ਦੇ ਵਿੱਚ ਫਿੱਟ ਕੀਤੇ ਹੋਏ ਇਹ। ਕਿਉਂਕਿ ਜਿਹੜੀ ਕਮੇਟੀ ਆ, ਜੇ ਕਮੇਟੀਆਂ ਨਾਲ ਮਸਲੇ ਹੱਲ ਹੋ ਜਾਣ ਤਾਂ ਜਿਵੇਂ ਪਿੰਡਾਂ 'ਚ ਲੜਾਈਆਂ ਹੋ ਜਾਂਦੀਆਂ ਨੇ, ਪਿੰਡਾਂ 'ਚ ਕਾਤਲ ਹੋ ਜਾਂਦੇ ਨੇ, ਜ਼ਮੀਨਾਂ ਦੇ ਰੌਲੇ ਪੈ ਜਾਂਦੇ ਨੇ, ਫਿਰ ਤਾਂ ਸੁਪਰੀਮ ਕੋਰਟ ਕਹਿ ਦਿਆ ਕਰੇ, ਅਦਾਲਤਾਂ ਕਹਿ ਦਿਆ ਕਰਨ, ਜਿਹਨੂੰ ਆਪਾਂ ਨਿਆਂ ਦਾ ਮੰਦਰ ਕਹਿੰਦੇ ਆ ਵੀ ਇੱਥੋਂ ਇਨਸਾਫ ਮਿਲਦਾ, ਫਿਰ ਤਾਂ ਉਹ ਕਹਿ ਦਿਆ ਕਰਨ ਵੀ ਪਿੰਡ 'ਚ ਕਮੇਟੀ ਬਣਾ ਲਓ, ਵੀ 3 ਮੈਂਬਰੀਆਂ 4 ਮੈਂਬਰੀ 10 ਮੈਂਬਰੀ ਕਮੇਟੀ ਬਣਾ ਲਓ, ਵੀ ਇੱਥੇ ਤੁਸੀਂ ਸਾਡੇ ਕੋਲ ਨਾ ਆਓ। ਉਹ ਕਾਹਦੇ ਵਾਸਤੇ ਬੈਠੇ ਹੋਏ ਨੇ? ਜੇ ਉਹਨਾਂ ਇੰਟਰਫੇਅਰ ਕੀਤਾ ਗਾ ਇਸ ਮਸਲੇ ਦੇ ਵਿੱਚ, ਤਾਂ ਉਹਨਾਂ ਨੇ ਸਰਕਾਰ ਦੇ ਸਿੱਤਰ ਤਾਂ ਕੀ ਮਾਰਨੇ ਸੀਗੇ, ਉਲਟਾ ਇਹ ਘੋਲ ਨੂੰ ਲੰਮਾ ਲਮਕਾਉਣ ਵਾਸਤੇ ਆਹ ਨਵੀਆਂ ਤਰੀਕਾਂ ਵੀ ਅੱਜ ਅਸੀਂ ਫੈਸਲਾ ਸੁਣਾਵਾਂਗੇ, ਕੱਲ੍ਹ ਨੂੰ ਅਸੀਂ ਆਹ ਫੈਸਲਾ ਕਰਾਂਗੇ। ਇਸ ਕਰਕੇ ਕਿਸਾਨਾਂ ਨੂੰ ਕਿਸੇ ਤੋਂ ਕੋਈ ਆਸ ਨਹੀਂ, ਸਾਨੂੰ ਆਪਦੇ ਘੋਲ ਤੇ ਆਸ ਆ। ਘੋਲ ਚਾਹੇ ਲੰਬਾ ਚੱਲੇ, ਅਸੀਂ ਜਿੱਤ ਕੇ ਨਿਕਲਾਂਗੇ। ਲੰਬੀ ਜੰਗ ਆ, ਇਸ ਨੂੰ ਠੰਡੇ ਮਤੇ ਨਾਲ, ਸ਼ਾਂਤਮਈ
ਤਰੀਕੇ ਨਾਲ ਜਿੱਤਾਂਗੇ। ਬਹੁਤ ਵੱਡੀ ਗਿਣਤੀ ਸਾਡੀਆਂ ਮਾਵਾਂ ਭੈਣਾਂ ਦੀ, ਕੱਲ ਵੀ ਪੀੜਤ ਪਰਿਵਾਰ ਸੀ ਜਿਹੜੇ ਪੰਜਾਬ ਦੇ ਵਿੱਚੋਂ ਖੁਦਕੁਸ਼ੀਆਂ ਕਰ ਚੁੱਕੇ ਨੇ ਪਿਛਲੇ ਸਮਿਆਂ 'ਚ, ਉਹ ਕਿਸਾਨੀ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਸੀ ਸ਼ਹੀਦਾਂ ਦੇ ਮਤਲਬ ਕਿ ਉਹ ਖੁਦ ਪਰਿਵਾਰਾਂ ਦੀਆਂ ਜਿਹੜੀਆਂ ਵਿਧਵਾ ਔਰਤਾਂ ਸੀ, ਉਹ ਕੱਲ 16 ਦਸੰਬਰ ਨੂੰ ਟਿੱਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਇੱਕ ਉਹਨਾਂ ਦਾ ਇਕੱਠ ਕਰਕੇ ਦਿਖਾਇਆਗਾ। ਉਹ ਫੋਟੋਆਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਗਈਆਂ ਨੇ ਔਰਤਾਂ, ਵੀ ਜਿਨ੍ਹਾਂ ਨੂੰ ਤੁਸੀਂ ਨਕਸਲੀਏ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਪਾਕਿਸਤਾਨੀ ਕਦੇ ਕੁਛ ਅੱਤਵਾਦੀ ਕਹਿੰਦੇ ਹੋ, ਵੀ ਆਹ ਬੈਠੇ ਨੇ ਉਹ ਪਰਿਵਾਰਾਂ ਦੇ ਜੀ ਜਿਹੜਿਆਂ ਨੂੰ ਆਪਣੇ ਘਰੇ ਰੋਟੀ ਤੋਂ ਮੁਹਤਾਜ ਹੋ ਰਹੇ ਨੇ, ਕਿਉਂਕਿ ਪਰਿਵਾਰ ਨੇ ਜਿਹੜੇ ਪੀੜਤ ਆਪਣੇ ਘਰ ਦੀ ਤੰਗੀ ਕਾਰਨ ਉਹ ਖੁਦਕੁਸ਼ੀਆਂ ਕਰ ਗਏ। ਉਹਨਾਂ ਦੇ ਪਰਿਵਾਰਾਂ ਦੀਆਂ ਫੋਟੋਆਂ ਉੱਥੇ ਦਿਖਾਈਆਂ ਨੇ, ਪ੍ਰੈਸ ਦੇ ਵਿੱਚ ਵੀ ਵੱਡੀ ਗੱਲਬਾਤ ਆਈ ਹੈਗੀ। ਉਹ ਬਹੁਤ ਵੱਡਾ ਇਕੱਠ ਉੱਥੇ ਹੋਇਆ ਦਿੱਲੀ ਦੇ ਵਿੱਚ। ਇਸ ਕਰਕੇ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਵੀ ਜੇ ਕਿਸਾਨਾਂ ਤੇ ਇਹੋ ਜਿਹੇ ਇਲਜ਼ਾਮ ਲਾਊਗੀ ਤਾਂ ਇਹ ਸਰਕਾਰ ਦਾ ਹਾਸਰਾ ਆਉਣ ਵਾਲੇ ਸਮੇਂ 'ਚ ਜਿਹੜਾ ਮਾੜਾ ਹੋਊਗਾ। ਸਰਕਾਰ ਵੱਲੋਂ ਸ਼ਹੀਦ ਮਾਤਾ ਗੁਰਮੇਲ ਕੌਰ ਦੇ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਪਰ ਕਿਸਾਨਾਂ ਵੱਲੋਂ ਇੱਕ ਸਰਕਾਰ ਦੇ ਉੱਪਰ ਗੰਭੀਰ ਦੋਸ਼ ਵੀ ਲਗਾਏ ਗਏ ਨੇ ਕਿ ਜੋ ਇੱਕ ਉਹ ਮਾਤਾ ਦੇ ਪਰਿਵਾਰ ਦੇ ਹੱਕ ਬਣਦੇ ਸੀ ਉਹ ਸਾਨੂੰ ਨਾਰਮਲ ਨਹੀਂ ਮਿਲੇ, ਸਾਨੂੰ ਇੱਕ ਲੜਾਈ ਲੜ ਕੇ ਮਿਲੇ ਗਏ ਨੇ, ਸਾਡੇ ਵੱਲੋਂ ਧਰਨੇ ਲਗਾਏ ਗਏ ਨੇ ਤਾਂ ਜਾ ਕੇ ਉਹ ਜਿਹੜੇ ਹੱਕ ਬਣਦੇ ਸੀ ਪਰਿਵਾਰ ਨੂੰ ਮਿਲੇ ਨੇ। ਕਿਸਾਨਾਂ ਦਾ ਕਹਿਣਾ ਜਿਹੜਾ ਕਿਸਾਨੀ ਸੰਘਰਸ਼ ਆ ਲਗਾਤਾਰ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਜਿਹੜੇ ਸਾਡੇ ਕਾਨੂੰਨ ਨੇ ਕੇਂਦਰ ਸਰਕਾਰ ਵੱਲੋਂ ਵਾਪਸ ਨਹੀਂ ਹੋਣਗੇ। ਭਵਾਨੀਗੜ੍ਹ ਤੋਂ ਦੈਨਿਕ ਸਵੇਰਾ ਟੀਵੀ ਦੇ ਲਈ ਲਵਲੀ ਕੌਸ਼ਲ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।